ਤਾਂ ਹੁਣ ਬੰਦਾ ਦੁਖੀ ਕਿਉਂ ਹੁੰਦਾ ਹੈ? ਕਿਉਂਕਿ ਅੱਜ ਬੰਦਾ ਦੂਜੇ ਨੂੰ ਖੁਸ਼ੀ ਦੇਣ ਦੀ ਬਜਾਏ ਦੂਜੇ ਦੀ ਖੁਸ਼ੀ ਦੇਖ ਕੇ ਸੜਦਾ ਬੰਦਾ ਜ਼ਿਆਦਾ ਹੈ। ਦੁਖੀ ਬੰਦਾ ਜ਼ਿਆਦਾ ਹੁੰਦਾ ਕਿ ਉਹ ਖੁਸ਼ ਕਿਉਂ ਹੈ। ਦੂਜੇ ਨੂੰ ਤਰੱਕੀ ਕਰਦਾ ਦੇਖ ਕੇ ਬੰਦਾ ਆਪ ਦੁਖੀ ਜ਼ਿਆਦਾ ਹੁੰਦਾ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਹੈ ਨਾ, ਸਾਡੇ ਕੋਲ ਲੱਖਾਂ ਕਰੋੜਾਂ ਰੁਪਇਆ ਵੀ ਆ ਜਾਵੇ, ਸਾਰੇ ਦੁਨੀਆ ਭਰ ਦੇ ਪਦਾਰਥ ਵੀ ਆ ਜਾਣ, ਫਿਰ ਵੀ ਅਸੀਂ ਜੀਵਨ 'ਚ ਕਦੀ ਅੱਗੇ ਵੱਧ ਨਹੀਂ ਸਕਦੇ। ਕਿਉਂਕਿ ਅੱਗੇ ਵਧਣ ਵਾਸਤੇ ਖੁਸ਼ੀਆਂ ਦਾ ਬੀਜ ਬੋਣਾ ਜ਼ਰੂਰੀ ਹੈ। ਔਰ ਉਹ ਹੈ ਭਲਾਈ ਦਾ ਬੀਜ, ਕਿ ਅਸੀਂ ਨੇਕੀ ਕਰੀਏ, ਅੱਛਾਈ ਕਰੀਏ, ਔਰ ਦੂਜਿਆਂ ਨੂੰ ਕੁਝ ਹੋਰ ਨਹੀਂ ਦੇ ਸਕਦੇ ਤਾਂ ਦੁਆਈ ਦੇ ਦਈਏ, ਦੂਜਿਆਂ ਦੇ ਵਾਸਤੇ ਫਰਿਆਦ ਹੀ ਕਰ ਦਈਏ, ਦੂਜਿਆਂ ਵਾਸਤੇ ਅਰਦਾਸ ਹੀ ਕਰ ਦਈਏ। ਕਿਉਂਕਿ ਜਦੋਂ ਇਨਸਾਨ ਨੂੰ ਲੱਗਦਾ ਹੈ ਮੈਂ ਕਿਸੇ ਵਾਸਤੇ ਸਰੀਰਕ ਤੌਰ ਤੇ ਕੁਝ ਨਹੀਂ ਕਰ ਸਕਦਾ, ਤਾਂ ਉਦੋਂ ਸਾਨੂੰ ਚਾਹੀਦਾ ਕਿ ਉਹਦੇ ਵਾਸਤੇ ਬੈਠੇ ਬੈਠੇ ਅਸੀਂ ਇੱਥੋਂ ਦੁਆਈ ਕਰ ਦਈਏ। ਜਿਸ ਤਰ੍ਹਾਂ ਇਸ ਵੇਲੇ ਤੁਸੀਂ ਸਿਚੁਏਸ਼ਨ ਦੇਖ ਰਹੇ ਹੋ ਨਾ, ਕਿ ਇਸ ਵੇਲੇ ਭਾਰਤ ਵਿੱਚ ਕਿਹੜੀ ਸਿਚੁਏਸ਼ਨ ਚੱਲ ਰਹੀ ਹੈ ਕਿਸਾਨਾਂ ਨੂੰ ਲੈ ਕੇ, ਬੋਲੋ ਚੱਲ ਰਹੀ ਹੈ ਕਿ ਨਹੀਂ? ਇਸ ਲਈ ਕਿੰਨੇ ਹਜ਼ਾਰਾਂ ਲੱਖਾਂ ਹੀ ਕਿਸਾਨ, ਪਹਿਲੀ ਗੱਲ ਤਾਂ ਸਮਝ ਲਓ ਕਿਸਾਨ, ਕਿਸਾਨ ਜਿਹਦੇ ਨਾਮ ਦੇ ਵਿੱਚ ਹੀ ਸ਼ਾਨ ਲਫ਼ਜ਼ ਆਉਂਦਾ ਹੈ। ਅਗਰ ਦੇਖਿਆ ਜਾਵੇ ਤਾਂ ਦੇਸ਼ ਦੀ ਸ਼ਾਨ ਹੈ ਕਿਸਾਨ, ਦੇਸ਼ ਕੀ ਸ਼ਾਨ। ਹੁਣ ਕਿੰਨੇ ਕਿਸਾਨ ਇੰਨੇ ਸਰਦ ਮੌਸਮ ਦੇ ਵਿੱਚ ਆਪਣੇ ਹੱਕ ਨੂੰ ਲੈਣ ਵਾਸਤੇ ਜੱਦੋ ਜਹਿਦ ਕਰ ਰਹੇ ਹੈ। ਹੁਣ ਜੇ ਇਨਸਾਨ ਸਰੀਰਕ ਤੌਰ ਤੇ ਉਹਨਾਂ ਦੀ ਹੈਲਪ ਨਹੀਂ ਕਰ ਸਕਦਾ, ਮਦਦ ਨਹੀਂ ਕਰ ਸਕਦਾ, ਤੇ ਅਸੀਂ ਉਹਨਾਂ ਵਾਸਤੇ ਰਲ ਕੇ ਦੁਆ ਤਾਂ ਕਰ ਸਕਦੇ ਹਾਂ, ਅਰਦਾਸ ਤਾਂ ਕਰ ਸਕਦੇ ਹਾਂ, ਬੇਨਤੀ ਤਾਂ ਕਰ ਸਕਦੇ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਇੱਕ ਜੀਵ ਨੇ ਸਾਨੂੰ ਪੁੱਛਿਆ ਵੀ ਸੀ ਕਿ ਮਾਲਕੋ ਵੀ ਆ ਜੋ ਇਸ ਵੇਲੇ ਚੱਲ ਰਿਹਾ ਕੀ ਹੈ ਇਹ? ਤੇ ਅਸੀਂ ਕਿਹਾ, ਇੱਕ ਛੋਟੀ ਜਿਹੀ ਕਹਾਣੀ ਯਾਦ ਆ ਗਈ ਸਾਨੂੰ, ਇੱਕ ਛੋਟੀ ਜਿਹੀ ਕਹਾਣੀ ਯਾਦ ਆ ਗਈ ਅਕਬਰ ਬਾਦਸ਼ਾਹ ਦੇ ਜੀਵਨ ਦੀ। ਕਿ ਇੱਕ ਦਿਨ ਸਵੇਰੇ ਸਵੇਰੇ ਜਦੋਂ ਸਾਰੇ ਦਰਬਾਰੀ ਆਪਣੇ ਘਰੋਂ ਤਿਆਰ ਹੋ ਕੇ ਬਾਦਸ਼ਾਹ ਅਕਬਰ ਦੇ ਦਰਬਾਰ 'ਚ ਆਏ, ਤਾਂ ਬਾਦਸ਼ਾਹ ਅਕਬਰ ਉਸ ਵੇਲੇ ਦਰਬਾਰ 'ਚ ਨਹੀਂ ਬੈਠਾ ਸੀ। ਸਾਰੇ ਇੰਤਜ਼ਾਰ ਕਰ ਰਹੇ ਹੈ ਕਿ ਬਾਦਸ਼ਾਹ ਅਕਬਰ ਕਿਹੜੇ ਵੇਲੇ ਦਰਬਾਰ 'ਚ ਆਏਗਾ ਔਰ ਦਰਬਾਰ ਦੀ ਕਾਰਵਾਈ ਸ਼ੁਰੂ ਹੋਏਗੀ। ਸਾਰੇ ਦਰਬਾਰੀ ਪਹੁੰਚ ਚੁੱਕੇ ਹੈ, ਬੀਰਬਲ ਵੀ ਪਹੁੰਚ ਚੁੱਕਾ ਹੈ ਜੋ ਕਿ ਮੇਨ ਦਰਬਾਰੀ ਸੀ। ਹੁਣ ਜਦੋਂ ਬਾਦਸ਼ਾਹ ਅਕਬਰ ਦਾ ਇੰਤਜ਼ਾਰ ਹੋ ਰਿਹਾ ਤਾਂ ਅਕਬਰ ਬਾਦਸ਼ਾਹ ਨਹੀਂ ਆਇਆ। ਸਾਰੇ ਇੰਤਜ਼ਾਰ ਕਰ ਰਹੇ ਹੈ, ਅਕਬਰ ਆਪ ਨਹੀਂ ਆਇਆ, ਉਹਦਾ ਸੰਦੇਸ਼ਾ ਆ ਗਿਆ ਕਿ ਸਾਰੇ ਦਰਬਾਰੀ ਇਕੱਠੇ ਹੋ ਕੇ ਮੇਰੇ ਕੋਲ ਆ ਜਾਓ। ਹੁਣ ਅਕਬਰ ਬਾਦਸ਼ਾਹ ਇੱਕ ਜਗ੍ਹਾ ਬੈਠਾ ਹੋਇਆ ਸੀ। ਹੁਣ ਜਦੋਂ ਸਾਰੇ ਦਰਬਾਰੀ ਉੱਥੇ ਪਹੁੰਚੇ ਤਾਂ ਕੀ ਦੇਖਿਆ ਕਿ ਉਸ ਦਿਨ ਅਕਬਰ ਬਾਦਸ਼ਾਹ ਦੇ ਅੰਦਰ ਇੱਕ ਇੱਛਾ ਪੈਦਾ ਹੋ ਗਈ ਸੀ ਖਿਚੜੀ ਬਣਾਉਣ ਦੀ, ਕਿ ਅੱਜ ਮੈਂ ਆਪਣੇ ਹੱਥੀਂ ਖਿਚੜੀ ਬਣਾਉਣੀ ਹੈ। ਕਿਉਂਕਿ ਕਈ ਵਾਰ ਅਕਬਰ ਬਾਦਸ਼ਾਹ ਨੂੰ ਕਈ ਇੱਛਾਵਾਂ ਉਹਦੇ ਅੰਦਰ ਪੈਦਾ ਹੋ ਜਾਂਦੀਆਂ ਸੀ, ਉਹਦੇ ਅੰਦਰ ਭਾਵਨਾ ਪੈਦਾ ਹੋਈ ਅੱਜ ਮੈਂ ਆਪਣੇ ਹੱਥੀਂ ਖਿਚੜੀ ਤਿਆਰ ਕਰਨੀ ਹੈ। ਔਰ ਜਦੋਂ ਅਕਬਰ ਵਰਗਾ ਬਾਦਸ਼ਾਹ ਜਿਹਨਾਂ ਕਦੀ ਕੋਈ ਚੀਜ਼ ਬਣਾਈ ਨਾ ਹੋਵੇ ਖਿਚੜੀ ਬਣਾਏਗਾ ਤਾਂ ਕਿੰਨੀ ਕੁ ਸਵਾਦ ਬਣੇਗੀ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਹੁਣ ਅਕਬਰ ਬਾਦਸ਼ਾਹ ਖਿਚੜੀ ਬਣਾ ਰਿਹਾ ਹੈ ਕਿਉਂਕਿ ਉਹਦੇ ਮਨ 'ਚ ਭਾਵਨਾ ਆ ਗਈ ਕਿ ਰਾਤ ਨੂੰ ਪਤਨੀ ਨੇ ਉਦਾਂ ਹੀ ਕਹਿ ਦਿੱਤਾ ਕਿ ਐਡੇ ਵੱਡੇ ਬਾਦਸ਼ਾਹ ਹੋ, ਤੁਹਾਨੂੰ ਕੁਝ ਖਾਣਾ ਬਣਾਉਣਾ ਵੀ ਆਉਂਦਾ ਕਿ ਨਹੀਂ? ਤਾਂ ਬਾਦਸ਼ਾਹ ਨੇ ਕਿਹਾ ਕੋਈ ਨਹੀਂ, ਸਵੇਰ ਨੂੰ ਮੈਂ ਖਿਚੜੀ ਬਣਾ ਕੇ ਦਿਖਾऊं ਤੈਨੂੰ। ਆਪਣੀ ਬੇਗਮ ਨੂੰ ਖੁਸ਼ ਕਰਨ ਦੀ ਖਾਤਰ ਅਕਬਰ ਖਿਚੜੀ ਬਣਾ ਰਿਹਾ ਸੀ ਔਰ ਬੜਾ ਡਗਰਾ ਬਣਾਇਆ ਕਿ ਆਪ ਤਾਂ ਖਾਣੀ ਹੈ, ਬੇਗਮ ਨੂੰ ਖਿਲਾਣੀ, ਨਾਲ ਨਾਲ ਦਰਬਾਰੀਆਂ ਨੂੰ ਵੀ ਖਿਲਾਣੀ ਹੈ। ਹੁਣ ਜਦੋਂ ਸਾਰੇ ਦਰਬਾਰੀ ਆ ਕੇ ਬਹਿ ਗਏ ਤਾਂ ਅਕਬਰ ਨੇ ਕਿਹਾ ਮੈਂ ਖਿਚੜੀ ਤਿਆਰ ਕਰ ਰਿਹਾ ਹਾਂ, ਸਾਰੇ ਤਿਆਰ ਹੋ ਜਾਓ ਖਾਣ ਨੂੰ। ਤਾਂ ਹੁਣ ਬੀਰਬਲ ਨੂੰ ਥੋੜਾ ਜਿਹਾ ਹੋਇਆ, ਕਿਉਂਕਿ ਅਕਬਰ ਕਿੱਦਾਂ ਦੀ ਖਿਚੜੀ ਬਣਾ ਸਕਦਾ ਹੈ, ਤਾਂ ਬੀਰਬਲ ਜਾਣਦਾ ਹੀ ਸੀ, ਸਮਝਦਾਰ ਸੀ। ਪਰ ਹੁਣ ਬਾਕੀ ਦਰਬਾਰੀ ਤਾਰੀਫ ਕਰ ਰਹੇ ਹੈ ਕਿ ਬਾਦਸ਼ਾਹ ਬਣਾ ਰਹੇ ਤਾਂ ਖਿਚੜੀ ਸਵਾਦ ਹੀ ਬਣੇਗੀ, ਖਿਚੜੀ ਅੱਛੀ ਬਣੇਗੀ। ਹੁਣ ਸਾਰੇ ਬਹਿ ਗਏ, ਪਰ ਭੋਜਨ ਸਾਰੇ ਕਰਕੇ ਆਏ ਆ ਘਰੋਂ, ਕਿਉਂਕਿ ਸਵੇਰੇ ਸਵੇਰੇ ਜਦੋਂ ਬੰਦਾ ਤਿਆਰੀ ਕਰਕੇ ਆਉਂਦਾ ਤਾਂ ਨਾਸ਼ਤਾ ਵਗੈਰਾ ਘਰੋਂ ਕਰਕੇ ਆਉਂਦਾ ਹੈ। ਹੁਣ ਸਾਰੇ ਬਹਿ ਗਏ ਦਰਬਾਰੀ, ਅਕਬਰ ਦੀ ਖਿਚੜੀ ਵੀ ਤਿਆਰ ਹੋ ਗਈ ਤਾਂ ਬੜੇ ਬੜੇ ਕੋਲੇ ਸਾਹਮਣੇ ਰੱਖ ਦਿੱਤੇ ਗਏ ਔਰ ਅਕਬਰ ਨੇ ਕਿਹਾ ਜਿੰਨੀ ਪਈ ਹੈ ਨਾ ਖਾਣੀ ਪੈਣੀ ਹੈ ਸਾਰਿਆਂ ਨੂੰ, ਕਿਉਂਕਿ ਵੱਡਾ ਡਗਰਾ ਬਣਾ ਲਿਆ ਹੈ। ਹੁਣ ਨਾ ਕਰ ਨਹੀਂ ਸਕਦੇ ਅਕਬਰ ਬਾਦਸ਼ਾਹ ਨੂੰ। ਖਿਚੜੀ ਸਾਰਿਆਂ ਦੇ ਪਿਆਲਿਆਂ 'ਚ ਲਿਆ ਕੇ ਰੱਖ ਦਿੱਤੀ ਗਈ, ਪਿਆਲੇ ਭਰ ਦਿੱਤੇ ਗਏ। ਤਾਂ ਬੀਰਬਲ ਖਿਚੜੀ ਵੱਲ ਨੂੰ ਦੇਖਦਾ ਤਾਂ ਨਾਲੇ ਇੱਕ ਵਾਰ ਕਹਿੰਦਾ ਕਾਸ਼ ਉਹ ਹੁੰਦੀ, ਕਾਸ਼ ਉਹ ਹੁੰਦੀ, ਨਾਲੇ ਖਿਚੜੀ ਵੱਲ ਦੇਖਦਾ ਹੈ। ਹੁਣ ਜਦੋਂ ਦੋ ਤਿੰਨ ਵਾਰ ਬੀਰਬਲ ਨੇ ਕਿਹਾ ਕਾਸ਼ ਉਹ ਹੁੰਦੀ, ਤਾਂ ਅਕਬਰ ਕਹਿੰਦਾ ਬੀਰਬਲ ਕੀ ਹੁੰਦੀ? ਆ ਹੁੰਦੀ ਹੁੰਦੀ ਬਾਅਦ ਚੋਂ ਕਰੀ, ਪਹਿਲਾਂ ਖਿਚੜੀ ਖਾਓ ਔਰ ਅੱਜ ਇਹ ਖਿਚੜੀ ਖਤਮ ਕਰਨੀ ਪੈਣੀ ਹੈ ਤੁਹਾਨੂੰ। ਹੁਣ ਗੱਲ ਬੜੀ ਸਮਝਣ ਵਾਲੀ ਹੈ। ਬੀਰਬਲ ਨੇ ਸਾਹਮਣੇ ਜਦੋਂ ਕੋਲਾ ਭਰ ਕੇ ਰੱਖਿਆ ਖਿਚੜੀ ਦਾ ਤਾਂ ਬੀਰਬਲ ਕਹਿੰਦਾ ਕਾਸ਼ ਉਹ ਹੁੰਦੀ, ਤਾਂ ਅਕਬਰ ਕਹਿੰਦਾ ਉਹ ਖਿਚੜੀ ਖਾ, ਕੀ ਕਾਸ਼ ਹੁੰਦੀ? ਤੂੰ ਕਿਹਨੂੰ ਯਾਦ ਕਰ ਰਿਹਾ ਇਸ ਵੇਲੇ? ਤਾਂ ਬੀਰਬਲ ਕਹਿੰਦਾ ਮਹਾਰਾਜ ਮੈਂ ਕਹਿ ਰਿਹਾ ਕਾਸ਼ ਉਹ ਹੁੰਦੀ। ਕਹਿੰਦੇ ਕੀ ਉਹ ਹੁੰਦੀ? ਕਹਿੰਦੇ ਕਾਸ਼ ਭੁੱਖ ਹੁੰਦੀ। ਪਹਿਲਾਂ ਪਤਾ ਹੁੰਦਾ ਬਾਦਸ਼ਾਹ ਨੇ ਖਿਚੜੀ ਬਣਾਉਣੀ ਹੈ ਤਾਂ ਘਰੋਂ ਕੁਝ ਖਾ ਕੇ ਨਹੀਂ ਆਉਣਾ ਸੀ,
ਹੁਣ ਕੀ ਕਰਾਂ, ਭੁੱਖ ਹੀ ਹੈ ਨਹੀਂ, ਜ਼ਰੂਰਤ ਹੈ ਨਹੀਂ। ਬਾਦਸ਼ਾਹ ਕਹਿੰਦਾ ਜ਼ਰੂਰਤ ਹੈ ਨਹੀਂ ਪਰ ਖਾਣੀ ਤਾਂ ਪੈਣੀ ਹੈ, ਕਿਉਂਕਿ ਮੈਂ ਬਣਾਈ ਹੈ। ਭੁੱਖ ਹੈ ਜਾਂ ਨਹੀਂ, ਖਾਣੀ ਤਾਂ ਪੈਣੀ ਹੈ। ਤਾਂ ਬੀਰਬਲ ਕਹਿੰਦਾ ਮਹਾਰਾਜ ਜਿਹਨੂੰ ਖਿਲਾ ਰਹੇ ਹੋ ਉਹਨੂੰ ਤਾਂ ਪੁੱਛ ਲੈਂਦੇ ਕਿ ਤੈਨੂੰ ਲੋੜ ਹੈ ਖਾਣ ਦੀ ਜਾਂ ਨਹੀਂ। ਜੇ ਉਹਦੀ ਜ਼ਰੂਰਤ ਹੁੰਦੀ ਫੇਰ ਦਿੰਦੇ, ਜੇ ਜ਼ਰੂਰਤ ਨਹੀਂ ਹੈ ਜ਼ਬਰਦਸਤੀ ਖਿਲਾ ਰਹੇ ਹੋ ਤਾਂ ਇਹ ਤਾਂ ਇਨਸਾਫ ਨਹੀਂ ਹੈ, ਇਹ ਤਾਂ ਇਨਸਾਫ ਨਹੀਂ ਹੈ। ਅਕਬਰ ਕਹਿੰਦਾ ਹੁਣ ਦੇਖ ਲੈ ਫਿਰ। ਹੁਣ ਬੀਰਬਲ ਨੂੰ ਅਕਬਰ ਦਾ ਕਹਿਣਾ ਮੰਨ ਕੇ ਖਾਣੀ ਤਾਂ ਪਈ, ਪਰ ਜਦੋਂ ਪਹਿਲੀ ਵਾਰ ਮੂੰਹ 'ਚ ਚਮਚਾ ਪਾਇਆ ਤਾਂ ਨਾਲ ਹੀ ਪਤਾ ਲੱਗਾ ਬੇਸਵਾਦੀ, ਲੂਣ ਹੀ ਬੜਾ ਤੇਜ਼ ਹੈ ਵਿੱਚ, ਕਿਉਂਕਿ ਅਕਬਰ ਨੇ ਬਣਾਈ ਹੈ, ਕਦੀ ਬਣਾਇਆ ਹੀ ਨਹੀਂ। ਹੁਣ ਜਿਹਨੇ ਕਦੀ ਕੋਈ ਚੀਜ਼ ਬਣਾਈ ਨਾ ਹੋਵੇ ਉਹਨੂੰ ਤੁਸੀਂ ਕੁਝ ਬਣਾਉਣ ਨੂੰ ਕਹਿ ਦਿਓ, ਕਿਉਂਕਿ ਬਾਦਸ਼ਾਹ ਤਾਂ ਕਦੀ ਪੈਰ ਨਾ ਜ਼ਮੀਨ ਤੇ ਲਾਣ। ਤਾਂ ਰਸੋਈ ਵਿੱਚ ਤਾਂ ਚਲੋ ਆਪਣੀ ਬੇਗਮ ਦੇ ਕਹਿਣ ਤੇ ਚਲੇ ਗਏ ਜੇਦਬਾਜੀ ਦੇ ਨਾਲ। ਬੋਲੋ ਸਮਝਦੇ ਹੋ ਕਿ ਨਹੀਂ? ਇਹ ਅਕਬਰ ਬਾਦਸ਼ਾਹ ਦੀ ਕਹਾਣੀ ਕਿਉਂ ਸੁਣਾਈ? ਕਿਉਂਕਿ ਕਿਤੇ ਨਾ ਕਿਤੇ ਅੱਜ ਕਿਸਾਨਾਂ ਦਾ ਵੀ ਇਹੀ ਹਾਲ ਹੈ। ਕਾਰਨ ਕੀ ਹੈ ਕਿ ਜਦੋਂ ਅਸੀਂ ਕੋਈ ਕਾਨੂੰਨ ਕਿਸੇ ਤੇ ਲਾਗੂ ਕਰਦੇ ਹਾਂ, ਜਦੋਂ ਅਸੀਂ ਕੋਈ ਬਿੱਲ ਪਾਸ ਕਰਦੇ ਹਾਂ, ਤਾਂ ਪਹਿਲਾਂ ਉਸ ਸਭਾ ਦੇ ਨਾਲ ਸਾਨੂੰ ਜੁੜ ਕੇ ਪੁੱਛ ਲੈਣਾ ਚਾਹੀਦਾ ਹੈ ਕਿ ਭਾਈ ਤੁਹਾਨੂੰ ਇਹਦੀ ਜ਼ਰੂਰਤ ਹੈ? ਜ਼ਰਾ ਸੋਚੋ, ਤੁਹਾਨੂੰ ਇਹਦੀ ਜ਼ਰੂਰਤ ਹੈ, ਤੁਹਾਨੂੰ ਇਹ 'ਚ ਲਾਭ ਦੀਦਾ ਹੈ, ਫਾਇਦਾ ਦੀਦਾ? ਜੇ ਦੀਦਾ ਹੈ ਤਾਂ ਫਿਰ ਉਹ ਚੀਜ਼ ਨੂੰ ਉਹਨਾਂ ਦੇ ਫਾਇਦੇ ਦੇ ਮੁਤਾਬਿਕ ਹੋਣਾ ਚਾਹੀਦਾ ਹੈ, ਤਾਂ ਕਿ ਅਗਲੇ ਨੂੰ ਕੋਈ ਓਬਜੈਕਸ਼ਨ ਵੀ ਨਾ ਹੋਵੇ, ਅਗਲੇ ਨੂੰ ਕੋਈ ਪ੍ਰੋਬਲਮ ਵੀ ਨਾ ਹੋਵੇ। ਇਹ ਚੀਜ਼ ਦਾ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਘਰ ਦੇ ਵਿੱਚ ਵੀ ਕਿਸੇ ਬੱਚੇ ਦੀ ਜ਼ਿੰਦਗੀ ਦਾ ਕੋਈ ਫੈਸਲਾ ਲੈਂਦੇ ਆ ਨਾ, ਤਾਂ ਆਪਣਾ ਫੈਸਲਾ ਉੱਤੇ ਲਾਗੂ ਕਰਨ ਦੀ ਬਜਾਏ ਇੱਕ ਵਾਰ ਉਹਨੂੰ ਪੁੱਛ ਕੇ ਸਲਾਹ ਲੈ ਲਓ ਕਿ ਬੱਚੋ ਦੱਸੋ ਜੀ ਆਹ ਕੰਮ ਕਰਨ ਲੱਗੇ ਤੁਹਾਡੇ ਬਾਰੇ ਤੁਹਾਡੀ ਕੀ ਰਾਏ ਹੈ। ਹੁਣ ਜੇ ਬੱਚੇ ਨੂੰ ਚੰਗਾ ਲੱਗੇਗਾ ਇਹ ਚੀਜ਼ ਮੇਰੇ ਫਾਇਦੇ ਵਾਲੀ ਹੈ ਤਾਂ ਬੱਚੇ ਨੇ ਆਪ ਹੀ ਕਹਿਣਾ ਠੀਕ ਹੈ ਪਾਪਾ ਇਹ ਕਰੋ। ਤਾਂ ਜੇ ਬੱਚੇ ਨੂੰ ਲੱਗੇ ਚੀਜ਼ 'ਚ ਮੈਨੂੰ ਕੋਈ ਤਕਲੀਫ ਹੋ ਰਹੀ ਹੈ, ਪਰੇਸ਼ਾਨੀ ਹੋ ਰਹੀ ਹੈ, ਬੱਚਾ ਕਹਿ ਦੇਵੇ ਕਿ ਡੈਡੀ ਮੈਨੂੰ ਆਹ ਪਰੇਸ਼ਾਨੀ ਆ ਰਹੀ ਹੈ, ਤਾਂ ਫਿਰ ਡੈਡੀ ਹੋਏਗਾ ਉਹ ਕਹੇਗਾ ਠੀਕ ਆ ਬੇਟਾ ਇੱਥੋਂ ਤੈਨੂੰ ਪਰੇਸ਼ਾਨੀ ਆ ਸਕਦੀ, ਮੈਂ ਕੋਸ਼ਿਸ਼ ਕਰੂੰਗਾ ਇਹ ਚੀਜ਼ ਦਾ ਸੁਧਾਰ ਕਰ ਦੇਵਾਂ ਤਾਂ ਕਿ ਤੈਨੂੰ ਕੋਈ ਪਰੇਸ਼ਾਨੀ ਨਾ ਆਵੇ, ਕਿਉਂਕਿ ਤੂੰ ਮੇਰਾ ਹੈ ਔਰ ਤੇਰੀ ਖੁਸ਼ੀ ਦਾ ਖਿਆਲ ਵੀ ਮੈਂ ਕਰਨਾ ਹੈ। ਸਮਝ ਆ ਰਹੀ ਹੈ ਕਿ ਨਹੀਂ? ਹੁਣ ਪਤਨੀ ਦੇ ਪ੍ਰਤੀ ਕੋਈ ਫੈਸਲਾ ਲੈਣਾ ਹੋਵੇ, ਪਤੀ ਕਹੇ ਨਹੀਂ ਮੇਰੀ ਚੱਲਣੀ ਹੈ, ਮੈਂ ਲੈਣਾ ਹੈ ਫੈਸਲਾ, ਤਾਂ ਫਿਰ ਉਹ ਵੀ ਗਲਤ ਹੋ ਜਾਂਦਾ। ਬੱਚਿਆਂ ਦੇ ਪ੍ਰਤੀ ਕੋਈ ਫੈਸਲਾ ਲੈਣਾ ਹੈ, ਯਾਨੀ ਕਿਸੇ ਦੇ ਪ੍ਰਤੀ ਵੀ ਫੈਸਲਾ ਲੈਣਾ ਹੈ, ਤਾਂ ਉਹਦੀ ਰਾਏ ਜ਼ਰੂਰ ਪੁੱਛਣੀ ਚਾਹੀਦੀ ਹੈ ਕਿ ਭਾਈ 10 ਬੰਦੇ ਇੱਕ ਜਗ੍ਹਾ ਬਹਿ ਕੇ ਕਿਸੇ ਚੀਜ਼ ਨੂੰ ਲਾਗੂ ਕਰਨ ਦੀ ਬਜਾਏ ਅਸੀਂ ਇਹ ਕਰੀਏ ਕਿ ਪਹਿਲਾਂ ਉਹ ਚੀਜ਼ ਦਾ ਸੁਝਾਅ ਦਈਏ ਕਿ ਆਹ ਚੀਜ਼ ਅਸੀਂ ਕਰਨਾ ਚਾਹੁੰਦੇ ਹਾਂ, ਦੱਸੋ ਕਿਹੜੇ ਇਹਦੇ 'ਚ ਐਗਰੀ ਹੈ, ਔਰ ਜੇ ਤੁਹਾਨੂੰ ਇਹ 'ਚ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਸਾਨੂੰ ਦੱਸੋ, ਤਾਂ ਕਿ ਜਦੋਂ ਇਹ ਚੀਜ਼ ਨੂੰ ਲਾਗੂ ਕੀਤਾ ਜਾਵੇ ਤਾਂ ਕਮੀਆਂ ਨੂੰ ਦੂਰ ਕਰਕੇ ਅਸੀਂ ਉਹਨੂੰ ਪਰਫੈਕਟ ਬਣਾ ਕੇ ਲਾਗੂ ਕਰੀਏ, ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਵੀ ਨਾ ਆਵੇ, ਕਿਸੇ ਨੂੰ ਕੋਈ ਤਕਲੀਫ ਵੀ ਨਾ ਹੋਵੇ। ਇਹਦੇ 'ਚ ਮਜ਼ਾ ਵੀ ਆਉਂਦਾ ਹੈ ਕਿਉਂਕਿ ਏਕਤਾ ਦੇ ਅੰਦਰ ਹੀ ਆਨੰਦ ਹੈ, ਸ਼ਾਂਤੀ ਦੇ ਅੰਦਰ ਹੀ ਸਕੂਨ ਹੈ। ਅੱਜ ਦੁਨੀਆ ਦੇ ਉੱਪਰ ਵਾਤਾਵਰਨ ਐਸਾ ਚਾਹੀਦਾ, ਸੋਚ ਐਸੀ ਚਾਹੀਦੀ ਹੈ ਸਾਡੀ ਸਾਰਿਆਂ ਦੀ ਕਿ ਸੰਸਾਰ ਹੀ ਖੁਸ਼ੀਆਂ ਦਾ ਘਰ ਸਵਰਗ ਬਣ ਸਕੇ। ਅਗਰ ਰਲ ਕੇ ਚਲਾਂਗੇ, ਪਿਆਰ ਨਾਲ ਚਲਾਂਗੇ, ਤਾਂ ਫਿਰ ਜੀਵਨ 'ਚ ਆਨੰਦ ਆਏਗਾ। ਫਿਰ ਕਿੱਡੇ ਬੜੇ ਨੁਕਸਾਨ ਤੋਂ ਇਹ ਸਾਡਾ ਦੇਸ਼ ਬਚ ਸਕਦਾ ਹੈ, ਇਹ ਸਮਾਜ ਬਚ ਸਕਦਾ ਹੈ, ਇਹ ਪੂਰਾ ਵਰਲਡ ਬਚ ਸਕਦਾ ਹੈ ਅਗਰ ਅਸੀਂ ਇੱਕ ਦੂਜੇ ਨੂੰ ਸਮਝਣਾ ਸ਼ੁਰੂ ਕਰ ਦਈਏ, ਇੱਕ ਦੂਜੇ ਨਾਲ ਪ੍ਰੇਮ ਕਰਨਾ ਸ਼ੁਰੂ ਕਰ ਦਈਏ ਔਰ ਇੱਕ ਦੂਜੇ ਦੀ ਭਾਵਨਾ ਨੂੰ ਅਹਿਮੀਅਤ ਦੇਣੀ ਸ਼ੁਰੂ ਕਰ ਦਈਏ, ਤਾਂ ਫਿਰ ਝਗੜੇ, ਫਸਾਦ, ਲੜਾਈਆਂ ਤਾਂ ਉਦਾਂ ਹੀ ਖਤਮ ਹੋ ਜਾਣ।